Hello everyone, I am Harleen Kaur and I am from plus 1 class. Today I am going to talk about functions of an office from MOP. Introduction of an office. The office has become a necessity for every type of business. Decision making process is involved at every step of organization. The aim of management is to take correct decisions so that the interest of business can be saved. And these functions are divided in three types. Introduction ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਆਫਿਸ ਹਰ ਇੱਕ ਬਿਜ਼ਨਸ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ, ਜਿਹਦੇ ਵਿੱਚ ਆਪਾਂ ਨੂੰ ਦੱਸਿਆ ਜਾਂਦਾ ਕਿ ਡਿਸੀਜਨ ਮੇਕਿੰਗ ਪ੍ਰੋਸੈਸ ਇਨਵੋਲਵ ਹੁੰਦਾ, ਜਿਹਦੇ ਵਿੱਚ ਆਪਾਂ ਨੂੰ ਡਿਸੀਜਨਸ ਲੈਣ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਡਿਸੀਜਨਸ ਕਿ ਆਪਾਂ ਸਹੀ ਲੈ ਰਹੇ ਹਾਂ ਜੋ ਕਿ ਆਪਣੇ ਫਿਊਚਰ ਲਈ ਵੀ ਯੂਜ਼ ਹੋ ਸਕਦੇ ਨੇ, ਅਤੇ ਉਹਦੇ ਨਾਲ ਕੰਮ ਕਰਨ ਦਾ ਜੋ ਇੰਟਰਸਟ ਹੈ ਉਹ ਸੇਵਡ ਰਹਿੰਦਾ ਹੈ। ਇਹ ਫੰਕਸ਼ਨਸ ਨੂੰ ਤਿੰਨ टाइप्स ਦੇ ਵਿੱਚ डिवाइड कर दिता है: बेसिक फंक्शंस, एडमिनिस्ट्रेटिव फंक्शंस एंड सबसिडरी फंक्शंस। बेसिक फंक्शंस ਦੇ ਵਿੱਚ स्टैप्स ने कलैक्शन इन्फॉर्मेशन, रिकॉर्डिंग इन्फॉर्मेशन, प्रोसैसिंग ऑफ इन्फॉर्मेशन एंड मेनटेनेंस ऑफ रिकॉर्ड्स। कलैक्शन इन्फॉर्मेशन ਵਿੱਚ ਕੀ ਹੁੰਦਾ ਹੈ, कंप्लीट एंड करैक्ट इन्फॉर्मेशन इज़ एसेंशियल फॉर एवरी ऑफिस। द इन्फॉर्मेशन मे बी ऑरल और रिटन। ਇਸ ਦੇ ਵਿੱਚ कोई भी कंप्लीट ਤੇ करैक्ट इन्फॉर्मेशन ਆਪਾਂ ਨੂੰ ਦਿੱਤੀ ਜਾਂਦੀ ਹੈ ਜੋ ਕਿ ਹਰ ਇੱਕ ਆਫਿਸ ਲਈ ਨੈਸੈਸਰੀ ਹੁੰਦੀ ਹੈ। ਦ ਰਿਟਨ, ਇਸ ਵਿੱਚ ਇਨਫੋਰਮੇਸ਼ਨ ਔਰਲ ਔਰ ਰਿਟਨ ਦੋਨੋਂ ਟਾਈਪਸ ਨਾਲ ਹੋ ਸਕਦੀ ਹੈ। ਰਿਟਨ ਦੇ ਵਿੱਚ ਹੋ ਜਾਂਦੇ ਹੈ ਲੈਟਰਸ, ਆਰਡਰਸ, ਮੈਮੋਜ਼, ਰਿਪੋਰਟਸ, ਇਨਕੁਆਇਰੀਜ਼ ਐਟਸੈਟਰਾ। ਰਿਕਾਰਡਿੰਗ ਇਨਫੋਰਮੇਸ਼ਨ, ਦਿਸ ਰਿਕਾਰਡਿੰਗ ਇਜ਼ ਡਨ ਬਾय ਮਸ਼ੀਨਸ ਐਂਡ ਆਲਸੋ ਵਿਦ ਦੀ ਹੈਲਪ ਆਫ ਸਟਾਫ। ਰਿਕਾਰਡਿੰਗ ਇਨਫੋਰਮੇਸ਼ਨ ਪ੍ਰੋਸੈਸ ਦੇ ਵਿੱਚ ਹੁੰਦਾ ਆ ਕਿ ਆਪਾਂ ਆਪਣੀ ਇਨਫੋਰਮੇਸ਼ਨ ਨੂੰ ਹੈਲਪ ਨਾਲ ਸਟਾਫ ਮੈਂਬਰਸ ਦੀ ਹੈਲਪ ਨਾਲ ਰਿਕਾਰਡ ਕਰ ਸਕਦੇ ਹਾਂ ਅਤੇ ਮਸ਼ੀਨਸ ਦੇ ਵਿੱਚ ਸੇਵ ਰੱਖ ਸਕਦੇ ਹਾਂ। ਪ੍ਰੋਸੈਸਿੰਗ ਆਫ ਇਨਫੋਰਮੇਸ਼ਨ, ਦ ਰਿਕਾਰਡਿਡ ਇਨਫੋਰਮੇਸ਼ਨ ਇਜ਼ ਪ੍ਰੋਸੈਸਡ ਐਂਡ ਐਨਾਲਾਈਜ਼ਡ ਟੂ ਪ੍ਰੈਜ਼ੈਂਟ ਫॉर ਯੂਜ਼। ਪ੍ਰੋਸੈਸਿੰਗ ਆਫ ਇਨਫੋਰਮੇਸ਼ਨ ਪ੍ਰੋਸੈਸ ਦੇ ਵਿੱਚ ਇਨਫੋਰਮੇਸ਼ਨ ਨੂੰ ਸੇਵ ਕਰਕੇ ਰੱਖ ਸਕਦੇ ਹਾਂ ਤਾਂ ਕਿ ਆਪਣੇ ਪ੍ਰੈਜ਼ੈਂਟ ਲਈ ਤਾਂ ਯੂਜ਼ਫੁਲ ਹੈ ਹੀ ਅਤੇ ਆਪਣੇ ਫਿਊਚਰ ਲਈ ਵੀ ਉਹ ਆਪਾਂ ਯੂਜ਼ ਕਰ ਸਕੀਏ। ਉਸਨੂੰ ਐਨਾਲਾਈਜ਼ ਕਰਕੇ ਰੱਖਣ ਨੂੰ ਪ੍ਰੋਸੈਸਿੰਗ ਆਫ ਇਨਫੋਰਮੇਸ਼ਨ ਪ੍ਰੋਸੈਸ ਕਿਹਾ ਜਾਂਦਾ ਹੈ। ਮੇਨਟੇਨੈਂਸ ਆਫ ਰਿਕਾਰਡਸ, ਮੇਨਟੇਨੈਂਸ ਆਫ ਰਿਕਾਰਡਸ ਦੇ ਵਿੱਚ ਸਿਰਫ ਰਿਕਾਰਡਸ ਨੂੰ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ, ਉਸਨੂੰ ਆਪਣੇ ਕੋਲ ਸੇਵ ਕਰਕੇ ਰੱਖਣਾ ਹੁੰਦਾ ਤਾਂ ਕਿ ਕਿਸੇ ਦਾ ਵੀ ਨਾਮ ਪਤਾ ਕੁਛ ਵੀ ਆਪਾਂ ਉਹਨਾਂ ਨੂੰ ਦੱਸਣਾ ਹੋਵੇ ਤਾਂ ਆਪਾਂ ਈਜ਼ੀਲੀ ਫਾਈਂਡ ਕਰਕੇ ਦੱਸ ਸਕਦੇ ਹਾਂ। ਐਂਡ ਦੈਨ ਵੀ ਹੈਵ ਐਡਮਿਨਿਸਟ੍ਰੇਟਿਵ ਫੰਕਸ਼ਨਸ। ਨਾਓ ਵੀ ਕੈਨ ਐਕਸਪਲੇਨ ਪਲੈਨਿੰਗ। Planning is a mental work by which we decided in advance what, where, when, who and how to do the job। ਆਪਾਂ ਕੋਈ ਵੀ ਕੰਮ ਕਰਨਾ ਹੈ, ਇਹ ਇੱਕ ਥਿੰਕਿੰਗ ਫੰਕਸ਼ਨ ਹੈ ਜੋ ਕਿ ਕੰਮ ਕਰਨ ਤੋਂ ਪਹਿਲਾਂ ਹੀ, ਕੋਈ ਜੋਬ ਕਰਨੀ ਚਾਹੁੰਦੇ ਹਾਂ ਉਸ ਦੇ ਪਹਿਲਾਂ ਹੀ ਆਪਾਂ ਉਸ ਬਾਰੇ ਪਲੈਨਿੰਗ ਕਰ ਰਹੇ ਹਾਂ ਕਿ ਕਿਆ ਆਪਾਂ ਉਸ ਜੋਬ ਨੂੰ ਕਿਸ ਤਰ੍ਹਾਂ, ਕਦੋਂ, ਕਿੱਥੇ, ਕਿਵੇਂ ਅਤੇ ਕਿਸ ਦੁਆਰਾ ਕਰਾਂਗੇ। ਉਸ ਦੇ ਵਿੱਚ ਤਿੰਨ ਸਟੇਜਿਸ ਆਉਂਦੀਆਂ ਨੇ: ਸਟ੍ਰੈਟੇਜਿਕ ਪਲੈਨਿੰਗ, ਐਡਮਿਨਿਸਟ੍ਰੇਟਿਵ ਪਲੈਨਿੰਗ ਐਂਡ ਆਪਰੇਟਿੰਗ। ਸਟ੍ਰੈਟੇਜਿਕ ਪਲੈਨਿੰਗ ਟੌਪ ਲੈਵਲ ਪਲੈਨਿੰਗ ਹੁੰਦੀ ਹੈ, ਐਡਮਿਨਿਸਟ੍ਰੇਟਿਵ ਪਲੈਨਿੰਗ ਮਿਡਲ ਲੈਵਲ, operative planning lower level। Organizing, the plans are executed by organization। It is a group of employees to perform the office work। It is divided into different groups or departments। Organizing ਦੇ ਵਿੱਚ ਕਿਆ ਹੁੰਦਾ ਹੈ, ਇਹਦੇ ਵਿੱਚ ਪਲਾਨਸ ਹੁੰਦੇ ਨੇ। ਆਪਣੇ ਆਈਡੀਆਜ਼ ਅਤੇ ਵਿਊਜ਼ ਨੂੰ ਆਪਾਂ ਐਮਪਲੋਈਜ਼ ਨੂੰ ਡਿਫਰੈਂਟ ਜਦੋਂ ਗਰੁੱਪਸ ਵਿੱਚ ਵੰਡ ਦਿੱਤਾ ਜਾਂਦਾ ਹੈ, ਉਹਨਾਂ ਨੇ ਆਪਣੇ ਆਈਡੀਆਜ਼ ਅਤੇ ਵਿਊਜ਼ ਇੱਕ ਦੂਜੇ ਨਾਲ ਕਮਿਊਨੀਕੇਟ ਕਰਨੇ ਹੁੰਦੇ ਆ। ਡਾਇਰੈਕਟਿੰਗ, through the leadership of the manager influences his subordinates individually as well as in groups। डायरेक्टिंग एक मैनेजर द्वारा की जाती है कि ऑफिस ਨੂੰ ਕਿੱਦਾਂ डायरेक्ट करना है। उसने मैनेजर ने डिफरेंट ग्रुप ਵਿੱਚ कुछ एम्पलॉयज़ ਨੂੰ ਵੰਡ ਦਿੱਤਾ ਹੈ ਕਿ ਉਹ ਕਿਹੜਾ वर्क कौन करेगा। अलग डिपार्टमेंट्स ਬਣਾ ਦਿੱਤੇ ਜਾਂਦੇ ਨੇ। अदर फंक्शनस, ਇਹਦੇ ਵਿੱਚ ਹੋਰ ਵੀ फंक्शनस ਇਨਵੋਲਵ ਹੁੰਦੇ ਨੇ ਜਿੱਦਾਂ ਕਿ ਬਿਲਡਅਪ ਮੋਰੇਲ, डिसीजन मेकिंग टू इनकरेज कॉरपोरेशन, प्लानिंग टू अचीव रिजल्ट्स। डिसीजन मेकिंग दसिया सी कि डिसीजनस किद्दां क्रिएट किए जाते हैं, किद्दां आपां डिसीजन लै सकते हैं, तो प्लैनिंग की जाती है अपने रिजल्ट्स नूं अचीव करने लई ते अपने ऑर्गेनाइजेशन नूं किद्दां कंट्रोल च रखना है। एंड दैन सबसिडायरी फंक्शनस, लास्ट पार्ट कम्यूनीकेशन, मैनेजिंग द ऑफिस, पब्लिक रिलेशंस एंड इंप्रूवमेंट इन दिस सिस्टम। कम्यूनीकेशन दो टाइप्स की होंदी है, इंटरनल एंड एक्सटर्नल कम्यूनीकेशन। इंटरनल ਦੇ ਵਿੱਚ क्या ਹੁੰਦਾ ਆ कि इस दे विच ना अपने व्यूज़ ते आइडियाज़ चेंज होंदे रहंदे ने इक्को ग्रुप दे, मतलब एक डिपार्टमेंट दे अलग अलग एम्पलॉयज़ दे विच। बट एक्सटर्नल दे विच ये रैफर करता है कि यदि आइडियाज़ एंड व्यूज़ एक्सचेंज होंदे ने डिफरेंट डिपार्टमेंट्स दे विच डिफरेंट एम्पलॉयज़ दे नाल। मैनेजिंग द ऑफिस नूं मैनेज किद्दां करिया जांदा है। ऑफिस दे क्या एक्टिविटीज़ हो रही ने, उन्हां लई क्या रिजल्ट्स आउणगे, उन्हां लई क्या प्लान्स ने, वो सारे मैनेज किए जाते हैं एक मैनेजर द्वारा।
ਪਬਲਿਕ ਰਿਲੇਸ਼ਨਸ, ਅਗਰ ਆਪਾਂ ਇੱਕ ਜੌਬ ਕਰ ਰਹੇ ਹਾਂ, ਅਗਰ ਆਪਾਂ ਇੱਕ ਸਿਰਫ ਆਫਿਸ ਦੇ ਵਿੱਚ ਕਰ ਰਹੇ ਹਾਂ ਬਟ ਆਪਣੇ ਕੋਲ ਪਬਲਿਕ ਰਿਲੇਸ਼ਨਸ ਨਹੀਂ ਹੈਗੇ ਤਾਂ ਉਹਦਾ ਵਾਧਾ ਕਦੇ ਵੀ ਨਹੀਂ ਹੋਏਗਾ। ਇਸ ਲਈ ਆਪਾਂ ਨੂੰ ਪਬਲਿਕ ਰਿਲੇਸ਼ਨਸ ਵੀ ਚਾਹੀਦੇ ਨੇ। ਇੰਪਰੂਵਮੈਂਟ ਇਨ ਦ ਸਿਸਟਮ ਦੇ ਵਿੱਚ ਇੰਪਰੂਵਮੈਂਟ ਕਿਵੇਂ ਕੀਤੀ ਜਾ ਸਕਦੀ ਆ? ਇੱਕ ਜੌਬ ਹੈ ਉਹਦੇ ਵਿੱਚ ਹਮੇਸ਼ਾ ਪਬਲਿਕ ਰਿਲੇਸ਼ਨਸ ਬਾਰੇ ਦੱਸਿਆ, ਉੱਦਾਂ ਹੀ ਇੰਪਰੂਵਮੈਂਟ ਇਨ ਦ ਸਿਸਟਮ ਹੁੰਦੀ ਹੈ ਕਿ ਦਿਨੋਂ ਦਿਨ ਉਸ ਦੇ ਵਿੱਚ ਨਵੀਂ ਚੀਜ਼ ਕਿਵੇਂ ਇਨਵੋਲਵ ਕੀਤੀ ਜਾਵੇ, ਉਸ ਪ੍ਰੋਸੈਸ ਨੂੰ ਕਹਿੰਦੇ ਆ ਇੰਪਰੂਵਮੈਂਟ ਇਨ ਦ ਸਿਸਟਮ। ਐਂਡ ਥੈਂਕ ਯੂ।